ਹੈਲੋ ਸਟੂਡੈਂਟਸ। ਤਾਂ ਅੱਜ ਆਪਾਂ ਪੜਾਂਗੇ ਬੱਚੋ 10ਵੀਂ ਕਲਾਸ ਦਾ ਲੈਸਨ 9ਵਾਂ ਆਜ਼ਾਦੀ ਦੇ ਸੰਘਰਸ਼ ਵਿੱਚ ਪੰਜਾਬ ਦੀ ਦੇਣ। ਤਾਂ ਉਸ ਲੈਸਨ ਦੇ ਵਿੱਚੋਂ ਟੌਪਿਕ ਪੜਾਂਗੇ ਆਪਾਂ ਅੱਜ ਆਜ਼ਾਦ ਹਿੰਦ ਫੌਜ, ਇੰਡੀਅਨ ਨੈਸ਼ਨਲ ਆਰਮੀ, ਜਿਸ ਦਾ ਕਿ ਬਹੁਤ ਵੱਡਾ ਯੋਗਦਾਨ ਸੀ ਭਾਰਤ ਨੂੰ ਆਜ਼ਾਦ ਕਰਾਉਣ ਦੇ ਵਿੱਚ। ਔਰ ਆਜ਼ਾਦ ਹਿੰਦ ਫੌਜ ਦੀ ਗੱਲ ਕਰਾਂਗੇ ਤਾਂ ਆਪਾਂ ਨੂੰ ਗੱਲ ਕਰਨੀ ਪੈਣੀ ਹੈ ਇੱਕ ਮਹਾਨ ਨੇਤਾ ਦੀ, ਨੇਤਾ ਜੀ ਹਾਂਜੀ ਸੁਭਾਸ਼ ਚੰਦਰ ਬੋਸ। ਤਾਂ ਅੱਜ ਆਪਾਂ ਉਹਨਾਂ ਬਾਰੇ ਪੜਾਂਗੇ ਔਰ ਉਸ ਤੋਂ ਬਾਅਦ ਦੂਸਰੇ ਭਾਗ ਵਿੱਚ ਪੜਾਂਗੇ ਆਜ਼ਾਦ ਹਿੰਦ ਫੌਜ ਬਾਰੇ। ਸੁਭਾਸ਼ ਚੰਦਰ ਬੋਸ ਜਿਨ੍ਹਾਂ ਨੂੰ ਨੇਤਾ ਜੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਸੁਭਾਸ਼ ਚੰਦਰ ਬੋਸ ਜਿਨ੍ਹਾਂ ਦਾ ਜਨਮ ਹੋਇਆ ਬੱਚੋ 23 ਜਨਵਰੀ 1897 ਨੂੰ ਕਟਕ, ਜਿਹੜਾ ਕਿ ਭਾਰਤ ਦੇ ਉੜੀਸਾ ਰਾਜ ਦੇ ਵਿੱਚ ਹੈ। ਔਰ ਇਹਨਾਂ ਦੇ ਪਿਤਾ ਦਾ ਨਾਮ ਸੀ ਜਾਨਕੀ ਨਾਥ ਬੋਸ। ਮਾਤਾ ਦਾ ਨਾਮ ਪ੍ਰਭਾਵਤੀ ਬੋਸ। ਹਾਂਜੀ ਬੱਚੋ, ਤਾਂ 1919 ਈਸਵੀ ਦੇ ਵਿੱਚ ਇਹਨਾਂ ਨੇ ਆਪਣੀ ਜਿਹੜੀ ਹੈ ਉਹ ਗ੍ਰੈਜੂਏਸ਼ਨ ਕੰਪਲੀਟ ਕੀਤੀ। ਕਿੱਥੋਂ? ਕਲਕੱਤਾ ਵਿਸ਼ਵ ਵਿਦਿਆਲਿਆ ਤੋਂ। ਤਾਂ ਕਲਕੱਤਾ ਵਿਸ਼ਵ ਵਿਦਿਆਲਿਆ ਤੋਂ ਇਹਨਾਂ ਨੇ ਆਪਣੀ ਗ੍ਰੈਜੂਏਸ਼ਨ ਕੀਤੀ। ਔਰ 1920 ਦੇ ਵਿੱਚ ਇਹਨਾਂ ਨੇ ICS ਦੀ ਪ੍ਰੀਖਿਆ ਦਿੱਤੀ, ਜਿਸ ਦੇ ਵਿੱਚ ਇਹਨਾਂ ਦਾ ਰੈਂਕ ਆਇਆ 4th ਉਸ ਟਾਈਮ ਦੇ ਵਿੱਚ। ਹਾਂਜੀ ਬੱਚੋ, ਇੰਡੀਅਨ ਸਿਵਲ ਸਰਵਿਸਿਜ਼, ਤਾਂ ਉਸ ਟਾਈਮ ਆਉਂਦੀ ਸੀ ਇੰਡੀਅਨ ਸਿਵਲ ਸਰਵਿਸਿਜ਼, ਜਿਸ ਦੀ ਪ੍ਰੀਖਿਆ ਜਿਹੜੀ ਉਹ ਲੰਡਨ ਦੇ ਵਿੱਚ ਆਉਂਦੀ ਸੀ, ਇੰਗਲੈਂਡ ਦੇ ਵਿੱਚ ਸ਼ਹਿਰ ਲੰਡਨ ਵਿੱਚ। ਔਰ ਉਦੋਂ ਇਹਨਾਂ ਦਾ ਰੈਂਕ ਕਿੰਨਵਾ ਆਇਆ? 4th ਰੈਂਕ। ਪਰ ਕੁਝ ਇਨਸਾਨ ਜਿਹੜੇ ਨੇ ਉਹ ਸਿਰਫ ਤੇ ਸਿਰਫ ਦੇਸ਼ ਦੇ ਲਈ ਹੀ ਬਣੇ ਹੁੰਦੇ ਨੇ। ਤਾਂ ਇਹ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਸੀ, ਦੇਸ਼ ਨੂੰ ਆਜ਼ਾਦ ਕਰਵਾਉਣਾ ਚਾਹੁੰਦੇ ਸੀ। ਤਾਂ ਇਹਨਾਂ ਨੇ ਐਡੀ ਵੱਡੀ ਨੌਕਰੀ ਉਸ ਟਾਈਮ ਜਿਹੜੀ ਉਹ ਛੱਡ ਦਿੱਤੀ। 1920 ਦੇ ਵਿੱਚ ਇੰਡੀਅਨ ਸਿਵਲ ਸਰਵਿਸਿਜ਼ ਦੀ ਨੌਕਰੀ ਨੂੰ ਛੱਡ ਦਿੱਤਾ, ਜਿਸ ਦੇ ਵਿੱਚ ਇਹਨਾਂ ਦਾ ਰੈਂਕ ਆਇਆ ਸੀ 4th। ਔਰ ਦੇਸ਼ ਦੀ ਆਜ਼ਾਦੀ ਲਈ ਜਿਹੜਾ ਇਹਨਾਂ ਨੇ ਕੰਮ ਬੱਚੋ ਸ਼ੁਰੂ ਕਰ ਦਿੱਤਾ। ਮੋਸਟ ਇੰਪੋਰਟੈਂਟ ਕੁਐਸਚਨ, 1921 ਦੇ ਵਿੱਚ ਇਹਨਾਂ ਦੀ ਜਿਹੜੀ ਮੁਲਾਕਾਤ ਹੈ ਉਹੀ ਮਹਾਤਮਾ ਗਾਂਧੀ ਜੀ ਦੇ ਨਾਲ। ਕਿਸ ਜਗ੍ਹਾ ਤੇ? ਮੁੰਬਈ। ਮਹਾਤਮਾ ਗਾਂਧੀ ਦੇ ਨਾਲ 1921 ਦੇ ਵਿੱਚ ਸੁਭਾਸ਼ ਚੰਦਰ ਬੋਸ ਜੀ ਦੀ ਮੁਲਾਕਾਤ ਹੋਈ। ਕਿੱਥੇ? ਮੁੰਬਈ ਦੇ ਵਿੱਚ। ਔਰ ਉਸ ਤੋਂ ਬਾਅਦ ਮਹਾਤਮਾ ਗਾਂਧੀ ਜੀ ਨੇ ਇਹਨਾਂ ਨੂੰ ਕਿਸ ਦੇ ਨਾਲ ਮਿਲਵਾਇਆ, ਕਿਸ ਦੇ ਕੋਲ ਭੇਜਿਆ? CR ਦਾਸ, ਚਿਤਰੰਜਨ ਦਾਸ। CR ਦਾਸ ਜਿਨ੍ਹਾਂ ਨੂੰ ਕਿ ਦੇਸ਼ ਬੰਧੂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਤਾਂ ਚਿਤਰੰਜਨ ਦਾਸ, CR ਦਾਸ ਜਿਨ੍ਹਾਂ ਨੂੰ ਦੇਸ਼ ਬੰਧੂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹਨਾਂ ਨੇ ਔਰ ਮੋਤੀ ਲਾਲ ਨਹਿਰੂ ਜੀ ਨੇ ਮਿਲ ਕੇ ਕੀ ਬਣਾਈ ਸੀ ਬੱਚੋ? ਸਵਰਾਜ ਪਾਰਟੀ। ਹਾਂਜੀ, ਸਵਰਾਜ ਪਾਰਟੀ ਬਣਾਈ ਸੀ। CR ਦਾਸ ਯਾਨੀ ਕਿ ਚਿਤਰੰਜਨ ਦਾਸ ਔਰ ਮੋਤੀ ਲਾਲ ਨਹਿਰੂ ਜੀ ਨੇ ਮਿਲ ਕੇ। ਔਰ ਇਹੀ ਰਾਜਨੀਤਿਕ ਗੁਰੂ ਬਣੇ ਸੁਭਾਸ਼ ਚੰਦਰ ਬੋਸ ਜੀ ਦੇ। ਬੜਾ ਇੰਪੋਰਟੈਂਟ ਕੁਐਸਚਨ ਹੈ। ਤਾਂ ਇਹ ਸੁਭਾਸ਼ ਚੰਦਰ ਬੋਸ ਜੀ ਦੇ ਰਾਜਨੀਤਿਕ ਗੁਰੂ ਸੀ। ਚਿਤਰੰਜਨ ਦਾਸ, CR ਦਾਸ ਜਿਨ੍ਹਾਂ ਨੂੰ ਦੇਸ਼ ਬੰਧੂ ਵੀ ਕਿਹਾ ਜਾਂਦਾ ਹੈ। 23 ਜਨਵਰੀ 1897 ਨੂੰ ਨੇਤਾ ਜੀ ਦਾ ਜਨਮ ਹੋਇਆ ਕਟਕ ਉੜੀਸਾ ਦੇ ਵਿੱਚ। ਪਿਤਾ ਜਾਨਕੀ ਨਾਥ ਬੋਸ, ਮਾਤਾ ਪ੍ਰਭਾਵਤੀ ਬੋਸ। 1919 'ਚ ਇਹਨਾਂ ਨੇ ਆਪਣੀ ਕਲਕੱਤਾ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ। 1920 ਦੇ ਵਿੱਚ ਲੰਡਨ ਤੋਂ ICS ਦੀ ਪ੍ਰੀਖਿਆ ਪਾਸ ਕੀਤੀ 4ਥੇ ਰੈਂਕ ਦੇ ਵਿੱਚ। ਪਰ ਦੇਸ਼ ਭਗਤੀ ਦੀ ਭਾਵਨਾ ਜਿਹੜੀ ਉਹ ਜਹਨ ਦੇ ਵਿੱਚ ਸੀ। ਤਾਂ ਦੇਸ਼ ਭਗਤੀ, ਦੇਸ਼ ਨੂੰ ਆਜ਼ਾਦ ਕਰਾਉਣ ਦੀ ਜਿਹੜੀ ਇੱਕ ਸੋਚ ਸੀ, ਤਾਂ ਉਸ ਨੂੰ ਲੈ ਕੇ ਚੱਲੇ। ਆਪਣੀ ਨੌਕਰੀ ਤੋਂ ਤਿਆਗ ਪੱਤਰ ਦੇ ਦਿੱਤਾ, ਨੌਕਰੀ ਛੱਡ ਦਿੱਤੀ। ਔਰ 1921 ਵਿੱਚ ਮਹਾਤਮਾ ਗਾਂਧੀ ਨਾਲ ਮੁਲਾਕਾਤ ਹੁੰਦੀ ਹੈ ਮੁੰਬਈ ਦੇ ਵਿੱਚ। ਔਰ ਰਾਜਨੀਤਿਕ ਗੁਰੂ ਬਣਦੇ ਨੇ CR ਦਾਸ। 1921 ਤੋਂ ਬਾਅਦ ਆਪਣਾ ਜਿਹੜਾ ਰਾਜਨੀਤਿਕ ਸਫ਼ਰ ਸ਼ੁਰੂ ਕਰਦੇ ਨੇ ਦੇਸ਼ ਦੀ ਆਜ਼ਾਦੀ ਦੇ ਲਈ। ਦੇਸ਼ ਬੰਧੂ ਚਿਤਰੰਜਨ ਦਾਸ ਜਿਹੜੇ ਕਿ ਇਹਨਾਂ ਦੇ ਰਾਜਨੀਤਿਕ ਗੁਰੂ ਸੀ। ਔਰ ਇਸ ਤੋਂ ਬਾਅਦ ਨੇਤਾ ਜੀ, ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਦੱਸਣਾ ਬੱਚੋ ਮਹਾਤਮਾ ਗਾਂਧੀ ਜੀ ਦੇ ਰਾਜਨੀਤਿਕ ਗੁਰੂ ਕੌਣ ਸੀ? ਮਹਾਤਮਾ ਗਾਂਧੀ ਜੀ ਦੇ ਰਾਜਨੀਤਿਕ ਗੁਰੂ ਕੌਣ ਸੀ?
हाँ, इस तो बाद देश भगती ਦੀ ਭਾਵਨਾ ਜਾਗਰਿਤ ਹੋ ਗਈ, ਫਰੀडम फाइटर बन गए, देश ਨੂੰ ਆਜ਼ਾਦੀ ਲਈ ਸ਼ੁਰੂਆਤ ਕਰ ਦਿੱਤੀ, ਕਾਂਗਰਸ ਦੇ ਨਾਲ ਜੁੜ ਗਏ। CR ਦਾਸ ਜਿਹੜੇ ਕਿ ਇਹਨਾਂ ਦੇ ਰਾਜਨੀਤਿਕ ਗੁਰੂ ਸੀ। ਤਾਂ ਫਿਰ ਹੁਣ ਸ਼ੁਰੂ ਹੋ ਗਿਆ ਜੇਲ੍ਹ ਦੇ ਵਿੱਚ ਆਉਣ ਜਾਣ ਵਾਲਾ। ਤਾਂ ਆਪਣੀ ਜ਼ਿੰਦਗੀ ਦੇ ਵਿੱਚ ਇਹ 11 ਵਾਰ ਜੇਲ੍ਹ ਗਏ ਬੱਚੋ, ਔਰ ਪਹਿਲੀ ਵਾਰੀ ਜੇਲ੍ਹ ਗਏ ਸੀ ਉਹ ਕਿੰਨੀ ਦੇਰ ਲਈ? 6 ਮਹੀਨੇ ਲਈ। ਫਸਟ ਟਾਈਮ ਜਦੋਂ ਜੇਲ੍ਹ ਗਏ ਤਾਂ 6 ਮਹੀਨੇ ਲਈ, ਪਹਿਲੀ ਵਾਰ 6 ਮਹੀਨੇ ਲਈ ਜੇਲ੍ਹ ਗਏ। ਔਰ ਮਾਂਡਲੇ ਜੇਲ੍ਹ 1925 ਦੇ ਵਿੱਚ ਇਹਨਾਂ ਨੂੰ ਮਾਂਡਲੇ ਜੇਲ੍ਹ ਦੇ ਵਿੱਚ ਵੀ ਰੱਖਿਆ ਗਿਆ, ਜਿੱਥੇ ਕਿ ਇਹਨਾਂ ਦੀ ਤਬੀਅਤ ਜਿਹੜੀ ਆ ਉਹ ਕੁਝ ਸਮੇਂ ਲਈ ਖਰਾਬ ਹੋ ਗਈ ਸੀ। ਔਰ ਉਸ ਤੋਂ ਬਾਅਦ ਕੁਝ ਸਮੇਂ ਲਈ ਇਹ ਆਪਣੀ ਰਾਜਨੀਤਿਕ ਜਿਹੜੀ ਦੌੜ ਹੈ ਉਸ ਨੂੰ ਛੱਡ ਕੇ, ਭਾਰਤ ਨੂੰ ਆਜ਼ਾਦੀ ਵਾਲਾ ਜਿਹੜਾ ਕੰਮ ਛੱਡ ਕੇ ਕੁਝ ਸਮੇਂ ਲਈ ਯੂਰਪ ਚਲੇ ਜਾਂਦੇ ਆ। ਇਹਨਾਂ ਦੀ ਤਬੀਅਤ ਖਰਾਬ ਹੋ ਜਾਂਦੀ ਹੈ ਤਾਂ ਵਾਪਸ ਆਉਂਦੇ ਆ ਫਿਰ ਉੱਥੋਂ ਯੂਰਪ ਤੋਂ। ਔਰ 1938 ਦੇ ਵਿੱਚ ਹਰੀਪੁਰਾ ਅਧਿਵੇਸ਼ਨ ਹੋਇਆ ਕਾਂਗਰਸ ਦਾ। ਤਾਂ ਉਸ ਦੇ ਵਿੱਚ ਇਹ ਜਿਹੜੇ ਨੇ ਕੀ ਬਣ ਗਏ? ਪਹਿਲੀ ਵਾਰ ਪ੍ਰਧਾਨ ਬਣ ਗਏ। ਔਰ 1939 ਦੇ ਵਿੱਚ ਦੁਬਾਰਾ ਤ੍ਰਿਪੁਰੀ ਅਧਿਵੇਸ਼ਨ ਹੋਇਆ ਤਾਂ ਉਸ ਦੇ ਵਿੱਚ ਵੀ ਇਹਨਾਂ ਨੂੰ ਪ੍ਰਧਾਨ ਚੁਣਿਆ ਗਿਆ। ਔਰ ਇਹਨਾਂ ਨੇ ਕਿਸ ਨੂੰ ਹਰਾਇਆ? ਪੱਟਾ ਸੀਤਾ ਰਮਈਆ। ਹਾਂਜੀ, ਤਾਂ ਇਹ ਬੜਾ ਇੰਪੋਰਟੈਂਟ ਕੁਐਸਚਨ ਹੈ। 1939 ਤ੍ਰਿਪੁਰੀ ਅਧਿਵੇਸ਼ਨ ਹੋਇਆ ਜਦੋਂ ਦੁਬਾਰਾ ਇਹਨਾਂ ਨੂੰ ਪ੍ਰਧਾਨ ਚੁਣਿਆ ਗਿਆ। ਤਾਂ ਇਹ ਪਹਿਲਾ ਅਧਿਵੇਸ਼ਨ ਸੀ ਇੱਕ ਤਾਂ ਕਾਂਗਰਸ ਦੇ ਵਿੱਚ, ਜਦੋਂ ਕਿ ਕੀ ਹੋਇਆ? ਪਹਿਲੀ ਵਾਰੀ ਵੋਟਾਂ ਪਾਈਆਂ ਗਈਆਂ। ਹਾਂਜੀ, ਕੈਂਡੀਡੇਟ 2 ਹੋ ਗਏ। ਪੱਟਾ ਸੀਤਾ ਰਮਈਆ ਜਿਹੜੇ ਸੀ ਉਹ ਕੀ ਸੀ? ਮਹਾਤਮਾ ਗਾਂਧੀ ਜੀ ਦੇ ਖਾਸ ਸੀ। ਤਾਂ ਇਹਨਾਂ ਨੂੰ ਹਰਾਇਆ ਨੇਤਾ ਜੀ ਨੇ। ਕਿਸ ਨੂੰ ਹਰਾਇਆ? ਪੱਟਾ ਸੀਤਾ ਰਮਈਆ ਨੂੰ, ਜਿਹੜੇ ਕਿ ਮਹਾਤਮਾ ਗਾਂਧੀ ਦੇ ਖਾਸ ਸੀ। ਔਰ ਪਹਿਲੀ ਵਾਰੀ ਤ੍ਰਿਪੁਰੀ ਅਧਿਵੇਸ਼ਨ ਦੇ ਵਿੱਚ ਕੀ ਹੋਇਆ? ਵੋਟਾਂ ਦੇ ਨਾਲ ਪ੍ਰਧਾਨ ਚੁਣਿਆ ਗਿਆ ਔਰ ਨੇਤਾ ਜੀ ਜਿਹੜੇ ਨੇ ਦੁਬਾਰਾ ਪ੍ਰਧਾਨ ਬਣ ਗਏ। ਤਾਂ ਇਸ ਤੋਂ ਬਾਅਦ ਮਹਾਤਮਾ ਗਾਂਧੀ ਜੀ ਨੇ ਕੀ ਕੀਤਾ? ਹਾਂਜੀ, ਤਾਂ ਉਹਨਾਂ ਨੇ ਆਪਣੀ ਜਿਹੜੀ ਸਾਖ, ਆਪਣੀ ਰਸੂਖ ਦੇ ਉੱਪਰ ਇਸ ਨੂੰ ਚੋਟ ਸਮਝਿਆ ਤਾਂ ਉਹਨਾਂ ਨੇ ਰਿਜ਼ਾਈਨ ਦੇ ਦਿੱਤਾ ਕਾਂਗਰਸ ਤੋਂ, ਕਾਂਗਰਸ ਪਾਰਟੀ ਤੋਂ। ਉਹਨਾਂ ਦੇ ਨਾਲ ਉਹਨਾਂ ਦੇ ਕਾਫੀ ਜ਼ਿਆਦਾ ਨੁਮਾਇੰਦੇ ਸੀ, ਉਹਨਾਂ ਨੇ ਵੀ ਕਾਂਗਰਸ ਛੱਡ ਦਿੱਤੀ। ਤਾਂ ਹੁਣ ਨੇਤਾ ਜੀ ਨੇ ਜਿਹੜਾ ਇਸ ਏਵਜ਼ ਦੇ ਵਿੱਚ ਆ ਕੇ ਮਹਾਤਮਾ ਗਾਂਧੀ ਜੀ ਦੀ ਇਸ ਰਵੱਈਏ ਤੋਂ ਨਾਖੁਸ਼ ਹੋ ਕੇ ਜਿਹੜਾ ਪ੍ਰਧਾਨਗੀ ਤੋਂ ਜਿਹੜਾ ਉਹ ਅਸਤੀਫਾ ਦੇਤਾ ਬੱਚੋ। ਪਹਿਲੀ ਵਾਰੀ ਪ੍ਰਧਾਨ ਬਣੇ 1938 ਹਰੀਪੁਰਾ ਵਿੱਚ, ਦੂਸਰੀ ਵਾਰੀ ਤ੍ਰਿਪੁਰੀ। ਪਹਿਲੀ ਵਾਰੀ ਕਾਂਗਰਸ ਦੇ ਕੈਂਡੀਡੇਟਾਂ ਲਈ ਕੀ ਹੋਈਆਂ? ਵੋਟਾਂ ਪਈਆਂ। ਪਹਿਲਾ ਪ੍ਰਧਾਨ ਆਪਣੀ ਸਰਬਸੰਮਤੀ ਨਾਲ ਹੀ ਚੁਣ ਲਿਆ ਜਾਂਦਾ ਸੀ। ਤਾਂ ਪੱਟਾ ਸੀਤਾ ਰਮਈਆ ਨੂੰ ਹਰਾਇਆ, ਮਹਾਤਮਾ ਗਾਂਧੀ ਦੇ ਖਾਸ। ਤਾਂ ਇਸ ਨੂੰ ਛੱਡ ਦਿੱਤਾ ਇਹਨਾਂ ਨੇ ਪ੍ਰਧਾਨਗੀ ਨੂੰ। ਔਰ 1939 ਦੇ ਵਿੱਚ ਹੀ ਫਾਰਵਰਡ ਬਲਾਕ ਦੀ ਇਹਨਾਂ ਨੇ ਸਥਾਪਨਾ ਕੀਤੀ। ਫਾਰਵਰਡ ਬਲਾਕ ਬਣਾਇਆ ਤਾਂ ਕਾਂਗਰਸ ਤੋਂ ਅਲੱਗ ਹੋ ਕੇ ਆਪਣੀ ਇੱਕ ਅਲੱਗ ਜਿਹੜੀ ਇਹ ਸੰਸਥਾ ਬਣਾਈ, ਉਸ ਦਾ ਨਾਮ ਰੱਖਿਆ ਇਹਨਾਂ ਨੇ। ਬੜਾ ਇੰਪੋਰਟੈਂਟ ਕੁਐਸਚਨ ਹੈ, ਫਾਰਵਰਡ ਬਲਾਕ। ਤਾਂ ਇਹਨਾਂ ਨੇ ਇਸ ਦੇ ਵਿੱਚ ਯੰਗ ਬ੍ਰਿਗੇਡ ਨੂੰ ਸ਼ਾਮਿਲ ਕੀਤਾ, ਜਿਸ ਨੇ ਕਿ ਆਉਣ ਵਾਲੇ ਸਮੇਂ 'ਚ ਆਜ਼ਾਦੀ ਲਈ ਕੰਮ ਕਰਨਾ ਸੀ। ਤਾਂ ਹੁਣ ਕੀ ਹੋਇਆ? ਫਾਰਵਰਡ ਬਲਾਕ ਬਣ ਗਿਆ। ਔਰ ਉਸ ਤੋਂ ਬਾਅਦ 1940 ਦੇ ਵਿੱਚ ਇਹਨਾਂ ਦੀ ਯੰਗ ਬ੍ਰਿਗੇਡ ਨੇ ਹੌਲਵੈਲ ਮੋਨੂਮੈਂਟ, ਜਿਹੜਾ ਕਿ ਕੋਲਕਾਤਾ ਦੇ ਵਿੱਚ ਸੀ। ਹਾਂਜੀ, ਹੌਲਵੈਲ ਜਿਹੜਾ ਕਿ ਇੱਕ ਅੰਗਰੇਜ਼ਾਂ ਦੀ ਨਿਸ਼ਾਨੀ ਸੀ। ਤਾਂ ਹੌਲਵੈਲ ਮੋਨੂਮੈਂਟ, ਬਲੈਕ ਹੋਲ ਦੁਰਘਟਨਾ ਹੋਈ ਸੀ ਬੱਚੋ, ਆਪਾਂ ਪੜ੍ਹਿਆ ਸੀ। ਪਲਾਸੀ ਦੀ ਲੜਾਈ ਵਾਲੇ ਟੌਪਿਕ ਦੇ ਵਿੱਚ ਮੈਂ ਕਰਵਾਇਆ ਹੋਇਆ, ਤਾਂ ਤੁਸੀਂ ਦੇਖਣਾ ਹੈ ਉਸ ਪਲਾਸੀ ਦੀ ਲੜਾਈ ਵਾਲੇ ਟੌਪਿਕ ਨੂੰ। ਔਰ ਮੈਨੂੰ ਦੱਸਣਾ ਹੈ ਹੌਲਵੈਲ ਜਿਹੜੀ ਦੁਰਘਟਨਾ ਹੋਈ ਸੀ, ਬਲੈਕ ਹੋਲ ਦੁਰਘਟਨਾ ਹੋਈ ਸੀ ਕਲਕੱਤਾ ਦੇ ਵਿੱਚ, ਤਾਂ ਉਸ ਦੇ ਵਿੱਚ ਕਿੰਨੇ ਜਿਹੜੇ ਨੇ ਪ੍ਰਿਜ਼ਨਰ ਨੇ, ਜਿਹੜੇ ਕੈਦੀ ਸੀ ਜਿਹੜੇ ਉਹ ਮਰ ਗਏ ਸੀ। ਹਾਂਜੀ, ਤਾਂ ਕਲਕੱਤਾ ਦੇ ਵਿੱਚ ਹੈਗਾ ਸੀ। ਇਹਨਾਂ ਦੀ ਯੰਗ ਬ੍ਰਿਗੇਡ ਨੇ ਜਿਹੜਾ ਇਸ ਨੂੰ ਤੋੜ ਦਿੱਤਾ, ਤਹਿਸ ਨਹਿਸ ਕਰ ਦਿੱਤਾ। ਔਰ ਇਸ ਤੋਂ ਬਾਅਦ ਇੰਗਲਿਸ਼ ਗਵਰਨਮੈਂਟ ਨੇ ਜਿਹੜਾ ਇਹਨਾਂ ਨੂੰ ਕੈਦ ਕਰ ਲਿਆ, ਜੇਲ੍ਹ ਵਿੱਚ ਸੁੱਟ ਦਿੱਤਾ। ਹਾਂਜੀ, ਤਾਂ ਕੁਝ ਸਮੇਂ ਬਾਅਦ ਇਹਨਾਂ ਦੀ ਤਬੀਅਤ ਖਰਾਬ ਹੋ ਗਈ, 6-7 ਦਿਨਾਂ ਬਾਅਦ। ਤਾਂ ਇਹਨਾਂ ਨੂੰ ਘਰ ਦੇ ਵਿੱਚ ਹੀ ਜਿਹੜਾ ਉਹ ਨਜ਼ਰਬੰਦ ਕਰ ਦਿੱਤਾ ਗਿਆ, ਨਜ਼ਰਬੰਦ ਕਰ ਦਿੱਤਾ ਗਿਆ ਇਹਨਾਂ ਨੂੰ। ਔਰ 17 ਜਨਵਰੀ 1941 ਨੂੰ ਇਹ ਘਰ ਦੇ ਵਿੱਚ ਨਜ਼ਰਬੰਦ ਸੀ। ਹੌਲਵੈਲ ਮੋਨੂਮੈਂਟ ਇਹਨਾਂ ਦੇ ਜਿਹੜੇ ਯੰਗ ਬ੍ਰਿਗੇਡ ਸੀ ਉਹਨਾਂ ਨੇ ਤੋੜ ਦਿੱਤਾ। ਤਾਂ ਉਸ ਤੋਂ ਬਾਅਦ ਇੰਗਲਿਸ਼ ਗਵਰਨਮੈਂਟ ਨੇ ਇਹਨਾਂ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ। ਔਰ 6-7 ਦਿਨਾਂ ਬਾਅਦ ਇਹਨਾਂ ਦੀ ਤਬੀਅਤ ਖਰਾਬ ਹੋ ਗਈ ਅਚਾਨਕ, ਤਾਂ ਘਰ ਦੇ ਵਿੱਚ ਇਹਨਾਂ ਨੂੰ ਨਜ਼ਰਬੰਦ ਕੀਤਾ ਗਿਆ, ਜਿੱਥੋਂ ਇਹ 17 ਜਨਵਰੀ 1941 ਨੂੰ ਭੇਸ ਬਦਲ ਕੇ
ਉੱਥੋਂ ਚਲੇ ਗਏ ਕਿੱਥੇ ਬੱਚੋ, पेशावर। पेशावर तो फिर रूस, रूस तो फिर जर्मनी, जर्मनी तो बाद जापान। हाँ जी, तो वेश बदल के नेता जिहड़े ने 17 जनवरी 1941 ਨੂੰ देश तो चले गए, पेशावर गए, पेशावर तो फिर रूस, रूस तो जर्मनी और जर्मनी तो बाद जापान। हाँ जी, तो जापान में जाके रास बिहारी बोस ਨੂੰ मिले और उस तो बाद इन्हों की जी दूसरी पारी, दूसरी इनिंग स्टार्ट हो गई। हाँ जी, तो आज़ाद हिंद फौज, तो उस दे नाल किस तरह जुड़े ये आप अगली वीडियो पढ़ांगे। तो पेशावर तो बाद रूस, रूस तो बाद जर्मनी, तो जर्मनी ये कुछ काम किए इन्होंने। जर्मनी दे विच इन्हां दी मुलाकात किस दे नाल हुई, हिटलर दे नाल। हिटलर दे नाल मुलाकात हुई। आज़ाद हिंद रेडियो स्टेशन की स्थापना की इन्होंने बर्लिन दे विच, और भारतीय स्वतंत्रता केंद्र, तो इन्होंने दोनों की स्थापना नेता जी ने कित्थे की, बर्लिन, जर्मनी के शहर बर्लिन दे विच। और हिटलर के नाल इन्हां दी मुलाकात हुई, जिहड़ी कि ज़्यादा कामयाब नहीं हुई, अनसक्सैसफुल रही। मई 1942 ਦੇ ਵਿੱਚ ਇਹਨਾਂ ਦੀ ਹਿਟਲਰ ਦੇ ਨਾਲ ਮੁਲਾਕਾਤ ਹੋਈ ਸੀ। और आज़ाद हिंद रेडियो स्टेशन इन्होंने बर्लिन ਦੇ स्थापित किया। भारतीय स्वतंत्रता केंद्र की स्थापना की जर्मनी दे विच। और उस तो बाद कित्थे गए ये, जापान, जिहड़ा कि आपां अगली वीडियो पढ़ांगे बच्चों। और इस तरह ही जिहड़ा नेता जी की जिहड़ी मौत है आपां नूं पता है वो एक हादसे दे विच हो जाती है, जिहड़ा कि अज भी एक रहस्य बनया होया है। तो नेता जी की जिहड़ी मौत है वो 18 अगस्त 1945 ਨੂੰ ਹੋਈ ਸੀ। ताइवान, जापान। और इन्हां दी मौत तो बाद मुखर्जी आयोग बनया सी इन्हां दी मौत की जांच करने वास्ते 1999 दे विच। मनोज मुखर्जी एज द हैड सी, मनोज मुखर्जी। तो मुखर्जी आयोग बनाया गया नेता जी की मौत के रहस्या नूं जानन वास्ते। तो उस तो बाद 1992 दे विच भारत रत्न मरणोपरांत दिता गया। इन्हां दी फैमिली ने लैन तो इसनूं इनकार करता। तो भारत सरकार ने अनाउंसमेंट की 1992 दे विच नेता जी नूं, नेता जी की फैमिली नूं मरणोपरांत भारत रत्न देने की, पर इन्हां दे परिवार ने इस भारत रत्न नूं लैन तो इनकार करता, क्योंकि हाले तक जिहड़ी रहस्य एक बनया होया सी उन्हां दी मौत दा। तो इस करके इन्हां दे परिवार ने जिहड़ा इस अवार्ड नूं लैन तो इनकार करता। भारत रत्न जिहड़ा कि इंडिया का सब तो वड्डा अवार्ड है, इंडिया का सब तो वड्डा सिविलियन अवार्ड। होर कुछ इंपॉर्टेंट क्वेश्चन आते हैं जिहड़े नेता जी नाल रिलेटेड, तो वो हैगे ने बच्चों, नेता जी सुभाष चंद्र बोस इंटरनेशनल एयरपोर्ट, ये कित्थे हैगा बच्चों, तो यह हैगा कोलकाता दे विच। नेताजी सुभाष चंद्र बोस NIS जिन्होंने कहते हैं नैशनल इंस्टीट्यूट स्पोर्ट्स नाल रिलेटेड, जिहड़ा कि एशिया का सब तो लार्जेस्ट है। नेताजी सुभाष स्पोर्ट्स इंस्टीट्यूट, जिहड़ा कि सब तो वड्डा एशिया का स्पोर्ट्स इंस्टीट्यूट है। नेताजी नैशनल इंस्टीट्यूट ऑफ स्पोर्ट्स जिसनूं कहा जाता है, यह है पटियाले दे विच, पटियाला। नेताजी सुभाष NIS, नेताजी सुभाष नैशनल इंस्टीट्यूट ऑफ स्पोर्ट्स, ये कित्थे है, पटियाला दे विच। और एशिया का सब तो वड्डा इंस्टीट्यूट है स्पोर्ट्स नाल रिलेटेड, एशिया का लार्जेस्ट स्पोर्ट्स इंस्टीट्यूट है। जिहड़ा कि नेताजी के नाम से है, और ये कित्थे है, पटियाला, पंजाब दे विच। इंटरनेशनल एयरपोर्ट कोलकाता दे विच है। और हुणे ही रिसेंटली 2019 दे विच रैड फोर्ट दे विच, लाल किले दे विच
नेता जी नाम ਤੇ ਮਿਊਜ਼ੀਅਮ ਬਣਾਇਆ ਗਿਆ 2019 ਦੇ ਵਿੱਚ। PM ਮੋਦੀ ਜੀ ਨੇ ਇਸ ਦਾ ਉਦਘਾਟਨ ਕੀਤਾ ਸੀ 2019 ਦੇ ਵਿੱਚ। 122ਵੀਂ ਜयंती ਸੀ नेता जी ਦੀ। 122ਵੀਂ जयंती ਦੇ ਮੌਕੇ ਤੇ ਮਿਊਜ਼ੀਅਮ ਬਣਾਇਆ ਗਿਆ ਰੀਸੈਂਟਲੀ 2019 ਵਿੱਚ ਰੈੱਡ ਫੋਰਟ ਲਾਲ ਕਿਲੇ ਦੇ ਅੰਦਰ। ਤਾਂ ਇਹ 3-4 ਕੁਐਸਚਨ ਨੇ ਬੜੇ ਇੰਪੋਰਟੈਂਟ ਜਿਹੜੇ ਕਿ ਪੇਪਰਾਂ ਵਿੱਚ ਅਕਸਰ ਬੱਚੋਂ ਪੁੱਛੇ ਜਾਂਦੇ ਆ। ਔਰ ਇਸ ਤੋਂ ਇਲਾਵਾ ਨੇਤਾ ਜੀ ਦੇ ਜਿਹੜੇ ਕੁਛ ਨਾਮ ਨੇ, ਨੇਤਾ ਜੀ ਹੋ ਗਿਆ ਤਾਂ ਪਹਿਲੀ ਵਾਰੀ ਨੇਤਾ ਜੀ ਨਾਮ ਜਿਹੜਾ ਉਹ ਕਿਸ ਨੇ ਦਿੱਤਾ ਸੀ? ਮਹਾਤਮਾ ਗਾਂਧੀ ਜੀ ਨੇ ਫਸਟ टाइम। और देश भगतां दा देश भगत ਤਾਂ ਇਹ ਵੀ ਕਿਸ ਨੇ ਕਿਹਾ ਸੀ? ਮਹਾਤਮਾ ਗਾਂਧੀ ਜੀ ਨੇ। ਦੇਸ਼ ਨਾਇਕ ਤਾਂ ਦੇਸ਼ ਨਾਇਕ ਦੀ ਉਪਾਧੀ ਦਿੱਤੀ ਸੀ ਇਹਨਾਂ ਨੂੰ ਰਵਿੰਦਰਨਾਥ ਟੈਗੋਰ ਜੀ ਨੇ। ਨੇਤਾ ਜੀ ਦੀ ਉਪਾਧੀ, ਨੇਤਾ ਜੀ ਪਹਿਲੀ ਵਾਰੀ ਕਿਸ ਨੇ ਕਿਹਾ ਸੀ? ਮਹਾਤਮਾ ਗਾਂਧੀ ਨੇ। ਦੇਸ਼ ਭਗਤਾਂ ਦਾ ਦੇਸ਼ ਭਗਤ ਵੀ ਕਿਸ ਨੇ ਕਿਹਾ ਸੀ? ਮਹਾਤਮਾ ਗਾਂਧੀ ਜੀ ਨੇ। ਦੇਸ਼ ਨਾਇਕ ਦੀ ਉਪਾਧੀ ਕਿਹਨੇ ਦਿੱਤੀ ਸੀ? ਰਵਿੰਦਰਨਾਥ ਟੈਗੋਰ ਨੇ। ਫੇਮਸ ਜਿਹੜੇ ਸਲੋਗਨ ਨੇ, ਨਾਰੇ ਨੇ, ਜੈ ਹਿੰਦ, ਦਿੱਲੀ ਚਲੋ, ਤੁਸੀਂ ਮੈਨੂੰ ਖੂਨ ਦਿਓ, ਮੈਂ ਤੁਹਾਨੂੰ ਆਜ਼ਾਦੀ ਦੇਵਾਂਗਾ। ਤਾਂ ਇਹ ਵੀ ਕਿਸ ਨੇ ਕਿਹਾ ਸੀ? ਯੂ ਗੇਵ ਮੀ ਬਲੱਡ ਆਈ ਵਿਲ ਗਿਵ ਯੂ ਫਰੀडम। ਤਾਂ ਇਹ ਵੀ ਲਾਈਨਸ ਕਿਸ ਨੇ ਕਹੀਆਂ ਸੀ? ਸਲੋਗਨ ਕਿਹਨਾਂ ਦਾ? ਨੇਤਾ ਜੀ ਦਾ। ਹਾਂਜੀ, ਸੁਭਾਸ਼ ਚੰਦਰ ਬੋਸ ਜੀ ਦਾ ਜੈ ਹਿੰਦ ਫੇਮਸ ਨਾਰਾ, ਦਿੱਲੀ ਚਲੋ, ਤੁਸੀਂ ਮੈਨੂੰ ਖੂਨ ਦਿਓ, ਮੈਂ ਤੁਹਾਨੂੰ ਆਜ਼ਾਦੀ ਦਿਆਂਗਾ। ਔਰ ਇਸ ਤੋਂ ਇਲਾਵਾ ਨੇਤਾ ਜੀ ਨੇ ਆਪਣੀ ਜਿਹੜੀ ਆਟੋਬਾਇਓਗ੍ਰਾਫੀ ਲਿਖੀ ਹੈ ਐਨ ਇੰਡੀਅਨ ਪਿਲਗ੍ਰਿਮ। ਤਾਂ ਇਹ ਹੈ ਆਟੋਬਾਇਓਗ੍ਰਾਫੀ ਨੇਤਾ ਜੀ ਦੀ। एन इंडियन पिलग्रिम। और एक किताब होर लिखी है सुभाष चंद्र बोस जी ने, द इंडियन स्ट्रगल। तो ये भी किताब किसकी लिखी हुई है? सुभाष चंद्र बोस जी की। ठीक है बच्चों, तो ये सी अपना अज का पहला भाग आज़ाद हिंद फौज का, जिस आपां किन्ना बारे पढ़िया? नेता जी बारे पढ़िया। और अगले भाग च आपां पढ़ांगे जदों जापान गए तो किस तरह उन्होंने आज़ाद हिंद फौज के नाल अपने आप को जोड़िया, रास बिहारी बोस नाल उन्हों की मुलाकात हुई। तो वह आपां अगली वीडियो च पढ़ांगे। ठीक है बच्चों, ओके, थैंक यू।